ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਜੈ ਮਸੀਹ ਦੀ ਜੀ। ਆਪਾਂ ਜੀ ਬਾਈਬਲ ਸਟੱਡੀ ਸ਼ੁਰੂ ਕਰਨ ਲੱਗੇ ਬ੍ਰਦਰ ਇਕਬਾਲ ਜੀ। ਪ੍ਰੇਜ਼ ਦ ਲਾਰਡ। ਤੇ ਉਸ ਤੋਂ ਪਹਿਲਾਂ ਆਪਾਂ ਭਜਨ, ਸਾਮਸ, ਜ਼ਬੂਰ 97 97 ਦੀਆਂ ਪਹਿਲੀਆਂ 6 ਆਇਤਾਂ ਪੜ੍ਹਦੇ ਹਾਂ ਜੀ। ਹਾਂਜੀ, ਉੱਚੀ ਪੜ੍ਹਨੀ ਹੈ। ਹਾਂਜੀ, ਉੱਚੀ ਪੜ੍ਹਨੀ ਹੈ ਜੀ। ਇਹ ਹੈ ਜੀ ਸਾਮਸ, ਭਜਨ, ਜ਼ਬੂਰ ਜੀ 97। ਹਾਂਜੀ, ਪਹਿਲੀਆਂ 6 ਆਇਤਾਂ। ਉੱਪਰ ਉਹਦਾ ਸਿਰਲੇਖ ਹੈ, ਹੈਡਿੰਗ ਹੈ ਯਹੋਵਾ ਦਾ ਰਾਜ। ਹਾਲੇਲੂਇਆ। ਯਹੋਵਾ ਰਾਜ ਕਰਦਾ ਹੈ, ਵਾਹ। ਧਰਤੀ ਖੁਸ਼ ਹੋਵੇ, ਟਾਪੂ ਜਿਹੜੇ ਬਹੁਤ ਸਾਰੇ ਹਨ ਆਨੰਦ ਹੋਣ। ਹਾਲੇਲੂਇਆ। ਬੱਦਲ ਅਤੇ ਹਨੇਰਾ ਉਹਦੇ ਦੁਆਲੇ ਹੈ। ਧਰਮ ਅਤੇ ਨਿਆਂ ਉਹਦੀ ਰਾਜ ਗੱਦੀ ਦੀ ਨੀਂਹ ਹੈ। ਵਾਹ। ਅੱਗ ਉਹਦੇ ਅੱਗੇ ਅੱਗੇ ਚੱਲਦੀ ਹੈ ਅਤੇ ਉਹਦੇ ਵਿਰੋਧੀਆਂ ਨੂੰ ਚੁਫੇਰਿਓਂ ਭਸਮ ਕਰ ਦਿੰਦੀ ਹੈ। ਵਾਹ ਵਾਹ ਵਾਹ। ਉਹਦੀਆਂ ਬਿਜਲੀਆਂ ਜਗਤ ਨੂੰ ਲਿਸ਼ਕਾਉਂਦੀਆਂ ਹਨ। ਧਰਤੀ ਵੇਖ ਕੇ ਕੰਬ ਉੱਠਦੀ ਹੈ। ਵਾਹ ਜੀ ਵਾਹ। ਯਹੋਵਾ ਦੀ ਹਜ਼ੂਰੀ ਵਿੱਚ ਪਹਾੜ ਮੋਮ ਵਾਂਗੂ ਪੰਘਰ ਜਾਂਦੇ ਹਨ। ਹਾਂ, ਸਾਰੀ ਧਰਤੀ ਦੇ ਪ੍ਰਭੂ ਦੀ ਹਜ਼ੂਰੀ ਵਿੱਚ ਆਕਾਸ਼ ਉਸਦੇ ਧਰਮ ਦਾ ਨਿਰਣਾ ਕਰਦੇ ਹਨ ਅਤੇ ਸਾਰੇ ਲੋਕ ਉਸ ਦਾ ਪ੍ਰਤਾਪ ਵੇਖਦੇ ਹਨ। ਹਾਲੇਲੂਇਆ। ਪਰਮੇਸ਼ਰ ਪਿਤਾ ਆਪ ਜਲਾਲੀ ਜਲਾਲੀ ਪਰਮੇਸ਼ਰ ਹੋ, ਮਹਾਨ ਸਰਬ ਸ਼ਕਤੀਮਾਨ ਹੋ ਪਰਮੇਸ਼ਰ ਪਿਤਾ। ਆਪ ਦਾ ਪਰਮੇਸ਼ਰ ਪਿਤਾ ਜਲਾਲ। ਇਨਸਾਨ ਪਰਮੇਸ਼ਰ ਪਿਤਾ ਉਹ ਜਿਹਾ ਅਸੀਂ ਦੇਖ ਹੀ ਨਹੀਂ ਸਕਦੇ। ਪਰਮੇਸ਼ਰ ਪਿਤਾ, ਅਸੀਂ ਪਰਮੇਸ਼ਰ ਪਿਤਾ ਆਪ ਦੇ ਜਲਾਲ, ਆਪ ਦੇ ਇੰਨਾ ਜਲਾਲ, ਆਪ ਦੀ ਇੰਨੀ ਸਮਰੱਥਾ ਸ਼ਕਤੀ, ਆਪ ਦੇ ਪਰਮੇਸ਼ਰ ਪਿਤਾ ਯੈਸ ਮਾਸਟਰ। ਆਪ ਅਥਾਹ ਹੋ, ਆਪ ਪਰਮੇਸ਼ਰ ਪਿਤਾ ਇਨਸਾਨੀ ਸੋਚ ਸਮਝ ਤੋਂ ਪਰੇ ਹੋ। ਪਰਮੇਸ਼ਰ ਪਿਤਾ ਆਪ ਮਹਾਨ ਹੋ, ਆਪ ਮਹਾਨ ਹੋ, ਆਪ ਮਹਾਨ ਹੋ ਪਰਮੇਸ਼ਰ ਪਿਤਾ। ਆਪ ਨੇ ਸਾਨੂੰ ਬਣਾਇਆ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ, ਆਪ ਦੀ ਮਹਿਮਾ ਕਰਦੇ ਹਾਂ, ਆਪ ਦੀ ਤਾਰੀਫ ਕਰਦੇ ਹਾਂ ਪਰਮੇਸ਼ਰ ਪਿਤਾ। ਔਰ ਇਹ ਸਾਰਾ ਪਰਮੇਸ਼ਰ ਪਿਤਾ ਵਚਨ ਜੋ ਆਪ ਨੇ ਦਿੱਤਾ, ਜੋ ਆਪ ਦੇ ਬਾਰੇ ਸਾਨੂੰ ਦੱਸਦਾ ਹੈ, ਚਾਨਣ ਪਾਉਂਦਾ ਹੈ, ਔਰ ਆਪ ਦੇ ਮਹਾਨ ਕੰਮਾਂ ਦੇ ਬਾਰੇ ਪਰਮੇਸ਼ਰ ਪਿਤਾ ਸਾਨੂੰ ਦੱਸਦਾ ਹੈ ਕਿ ਆਪ ਨੇ ਕਿਸ ਤਰ੍ਹਾਂ ਪਰਮੇਸ਼ਰ ਪਿਤਾ ਇਨਸਾਨਾਂ ਦੇ ਵਿੱਚ, ਇਜ਼ਰਾਈਲੀਆਂ ਦੇ ਵਿੱਚ, ਲੋਕਾਂ ਦੇ ਵਿੱਚ ਕੰਮ ਕੀਤੇ। ਪਰਮੇਸ਼ਰ ਪਿਤਾ, ਇਹ ਆਪ ਦਾ ਜਲਾਲ ਹੈ, ਆਪ ਦਾ ਪ੍ਰਤਾਪ ਹੈ, ਆਪ ਦੀ ਮਹਿਮਾ ਹੈ ਪਰਮੇਸ਼ਰ ਪਿਤਾ। ਆਪ ਮਹਿਮਾ ਦੇ ਯੋਗ ਹੋ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਨੇ ਇਨਸਾਨਾਂ ਨੂੰ ਚੁਣਿਆ ਕਿ ਅਸੀਂ ਆਪ ਦੇ ਹਜ਼ੂਰ ਸਵਰਗ ਦੇ ਵਿੱਚ ਰਹਿ ਸਕੀਏ। ਸਾਨੂੰ ਸਵਰਗ ਦੀ ਸਿਟੀਜ਼ਨਸ਼ਿਪ ਦਿੱਤੀ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਨੇ ਯਿਸੂ ਮਸੀਹ ਨੂੰ ਇਸ ਧਰਤੀ 'ਤੇ ਭੇਜਿਆ ਸਾਡੇ ਪਾਪਾਂ ਦੀ ਖਾਤਰ, ਤਾਂ ਕਿ ਸਾਡੇ ਪਾਪ ਮਾਫ ਹੋਣ ਔਰ ਅਸੀਂ ਪਰਮੇਸ਼ਰ ਪਿਤਾ ਪਵਿੱਤਰ ਹੋ ਕੇ ਪਰਮੇਸ਼ਰ ਪਿਤਾ ਯਿਸੂ ਦੇ ਲਹੂ ਵਿੱਚ ਧੁਲ ਕੇ ਆਪ ਦੇ ਹਜ਼ੂਰ, ਆਪ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਪਿਤਾ ਰਹਿ ਸਕੀਏ। ਆਪ ਦੀ ਵਰਸ਼ਿਪ, ਆਪ ਦੀ ਮਹਿਮਾ ਕਰ ਸਕੀਏ, ਆਪ ਦੇ ਹੋਰ ਕਰੀਬ ਪਰਮੇਸ਼ਰ ਪਿਤਾ ਆ ਸਕੀਏ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਨੇ ਸਾਨੂੰ ਨਰਕ ਦੇ ਅੱਗ ਦੀ ਸਜ਼ਾ ਤੋਂ ਬਚਾ ਲਿਆ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਆਪ ਦਾ ਤਾਰੀਫ ਕਰਦੇ ਹਾਂ। ਜਿੰਨੀ ਵੀ ਤਾਰੀਫ, ਮਹਿਮਾ, ਸ਼ੁਕਰ ਕੀਤਾ ਜਾਵੇ ਥੋੜ੍ਹਾ ਹੈ ਪਰਮੇਸ਼ਰ ਪਿਤਾ। ਅਸੀਂ ਵਚਨ ਨੂੰ ਪਰਮੇਸ਼ਰ ਪਿਤਾ ਪੜ੍ਹਨ ਜਾ ਰਹੇ ਹਾਂ, ਬਾਈਬਲ ਸਟੱਡੀ ਕਰਨ ਜਾ ਰਹੇ ਹਾਂ। ਪਵਿੱਤਰ ਆਤਮਾ ਬਾਰੇ, ਪ੍ਰਭੂ ਪਵਿੱਤਰ ਆਤਮਾ ਬਾਰੇ, ਗੋਡ ਦਾ ਹੋਲੀ ਸਪਿਰਿਟ ਬਾਰੇ, ਜੋ ਪਰਮੇਸ਼ਰ ਹੈ, ਤ੍ਰਾਇਊਨ ਪਰਮੇਸ਼ਰ ਦਾ ਤੀਸਰਾ ਪਰਸਨ ਪਰਮੇਸ਼ਰ ਪਿਤਾ ਦੇ ਬਾਰੇ ਸਟੱਡੀਆਂ ਕਰ ਰਹੇ ਹਾਂ। ਪਰਮੇਸ਼ਰ ਪਿਤਾ ਪਵਿੱਤਰ ਆਤਮਾ ਦੇ ਬਾਰੇ ਸਾਨੂੰ ਗਾਈਡ ਕਰੋ, ਸਾਨੂੰ ਲੀਡ ਕਰੋ। ਬ੍ਰਦਰ ਇਕਬਾਲ ਜੀ ਨੂੰ ਇਹ ਸਾਰੇ ਸਮੇਂ ਨੂੰ ਆਪਦੇ ਹੱਥਾਂ ਵਿੱਚ ਲਿਆ ਪਰਮੇਸ਼ਰ ਪਿਤਾ। ਜੋ ਕੁਛ ਵੀ ਬੋਲਿਆ ਜਾਵੇ, ਜੋ ਕੁਛ ਵੀ ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ। ਸਾਡੇ ਨਾਲ ਗੱਲਬਾਤ ਕਰੋ ਔਰ ਇਸ ਦਾ ਸਾਰਾ ਜਲਾਲ, ਸਾਰੀ ਮਹਿਮਾ ਆਪ ਨੂੰ ਦਿੰਦੇ ਹਾਂ ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ ਪਵਿੱਤਰ ਆਤਮਾ ਦੇ ਜ਼ਰੀਏ। ਪਵਿੱਤਰ ਆਤਮਾ ਜੀ ਇਸ ਬਾਈਬਲ ਸਟੱਡੀ ਨੂੰ ਗਾਈਡ ਕਰੋ, ਲੀਡ ਕਰੋ
ਔਰ ਇਹ ਸਭ ਕੁਝ ਮੰਗਦੇ ਹਾਂ ਪਰਮੇਸ਼ਰ ਪਿਤਾ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ। ਆਮੀਨ। ਹਾਂਜੀ, ਆਪਣਾ ਜੀ ਅਗਲਾ ਜੋ ਆਪਾਂ ਪਵਿੱਤਰ ਆਤਮਾ ਦੇ ਬਾਰੇ ਕਾਫੀ ਸਟੱਡੀਆਂ ਕੀਤੀਆਂ ਹਨ ਜੀ। ਜੀ ਜੀ ਹਾਂਜੀ। ਜੀ ਤੇ ਅਗਲਾ ਸਵਾਲ ਹੈ ਜੀ ਪਵਿੱਤਰ ਆਤਮਾ ਦੇ ਇਸੇ ਦੇ ਮੁਤਲਕ ਜੀ ਸਰ। ਜੋ ਪਵਿੱਤਰ ਆਤਮਾ ਦਾ ਇੱਕ ਤੋਹਫਾ ਹੈ ਗੈਰ ਭਾਸ਼ਾਵਾਂ ਦਾ। ਹਾਂਜੀ ਜੀ ਅੱਛਾ ਉਹਦੇ ਬਾਰੇ ਹੈ ਆਪਣਾ ਸਟੱਡੀ। ਅੱਛਾ ਜੀ। ਸਵਾਲ ਕਿ ਕੀ ਅਸੀਂ ਆਪਣੇ ਪਵਿੱਤਰ ਮਤਲਬ ਕਿ ਕੀ ਅਸੀਂ ਗੈਰ ਭਾਸ਼ਾਵਾਂ ਜਿਹੜੀਆਂ ਹੈਗੀਆਂ ਉੱਚੀ ਉੱਚੀ ਔਰ ਕਾਲੀ ਕਾਲੀ ਬੋਲ ਸਕਦੇ ਹਾਂ ਚਰਚ ਦੇ ਵਿੱਚ ਜਾਂ ਘਰ ਕਿਤੇ ਵੀ ਅਸੀਂ ਬੋਲ ਸਕਦੇ ਹੈਗੇ ਹਾਂ? ਅੱਛਾ। ਹਾਂ, ਆਪਣੇ ਜਿਹੜੀਆਂ ਭਾਸ਼ਾਵਾਂ ਗੈਰ ਭਾਸ਼ਾਵਾਂ ਬੋਲਦੇ ਆ ਨਾ ਤੇ ਉਹ ਕਾਲੀ ਕਾਲੀ ਜਲਦੀ ਜਲਦੀ ਉੱਚੀ ਉੱਚੀ ਕੀ ਅਸੀਂ ਬੋਲ ਸਕਦੇ ਹੈਗੇ ਹਾਂ ਚਰਚ ਦੇ ਵਿੱਚ ਜਾਂ ਘਰ? ਹਾਲੇਲੂਇਆ। ਜੈ ਮਸੀਹ ਦੀ ਸਾਰਿਆਂ ਨੂੰ। ਪ੍ਰੇਜ਼ ਦਾ ਲਾਰਡ। ਜਿਸ ਤਰੀਕੇ ਨਾਲ ਪਹਿਲਾ ਕਰੰਥੀਆਂ ਉਹਦਾ 12 ਪਾਰਟ 8 ਤੋਂ 10 ਦੇ ਵਿੱਚ ਅਸੀਂ ਇਹ ਦੇਖ ਲਿਆ ਕਿ ਪਵਿੱਤਰ ਆਤਮਾ ਦੀਆਂ 9 ਦਾਤਾਂ ਜਾਂ ਗਿਫਟਸ ਕਹਿ ਲਓ, ਨਿਯਮਤਾਂ ਕਹਿ ਲਓ ਜੀ, ਉਹ ਹੈਗੀਆਂ। ਸੋ ਅਸੀਂ ਇਹ ਵੀ ਦੇਖਿਆ ਕਿ 9 ਦਾਤਾਂ ਨੂੰ 3 ਗਰੁੱਪਾਂ 'ਚ ਤਕਸੀਮ ਕੀਤਾ ਗਿਆ ਸੀ ਜੀ। ਠੀਕ ਹੈ। ਯਾਨੀ ਇੱਕ ਤੇ ਉਹ ਜਿਹੜੇ ਪ੍ਰਕਾਸ਼ ਦੇ ਨੇ, ਰੈਵੋਲੇਸ਼ਨਲ ਗਿਫਟ ਕਹਿ ਲਓ ਉਹਨੂੰ, ਪੰਜਾਬੀ 'ਚ ਦੇਖ ਲੈਣਾ, ਯਾਨੀ ਜਿਹੜੇ ਗੁਪਤ ਇੱਕ ਬਲੀਵਰ ਦੇ ਅੰਦਰ ਚੱਲਦੇ ਨੇ ਜਾਂ ਚਰਚ ਵਿੱਚ। ਠੀਕ ਹੈ। ਹਾਂਜੀ। ਜਿਹਦੇ ਵਿੱਚ ਅਸੀਂ ਦੇਖ ਲਿਆ 3 ਨੇ, ਹੈ ਨਾ। ਯਾਨੀ ਡਿਸਰਨਿੰਗ ਆਫ ਸਪਿਰਿਟ, ਯਾਨੀ ਰੂਹਾਂ ਦਾ ਪਰਖਣਾ, ਹੈ ਨਾ ਭਈ ਇਹ ਠੀਕ ਹੈ, ਇਹ ਉਹਦੇ 'ਚ ਹੀ ਹੈ। ਦੂਸਰਾ ਆ ਗਿਆ ਕਿ ਵਰਡ ਆਫ ਨੌਲੇਜ, ਗਿਆਨ ਭਰਿਆ ਉਪਦੇਸ਼ ਜਾਂ ਜੋ ਵੀ ਇਹਨੂੰ ਕਹਿ ਲਓ, ਯਾਨੀ ਅਲਮੀਅਤ ਦਾ ਕਲਾਮ। ਯਾਨੀ ਇਹਦੇ ਵਿੱਚ ਇਹ ਵੇ ਕਿ ਛੇਤੀ ਛੇਤੀ ਇਹ ਕਰੀ ਚੱਲੀਏ ਕਿ ਇਹਦੇ ਵਿੱਚ ਖੁਦਾ ਜਿਹੜਾ ਹੈ ਪਾਕ ਰੂਹ ਦੇ ਵਸੀਲੇ ਨਾਲ ਜਾਂ ਪਾਕ ਰੂਹ ਜਾਂ ਤ੍ਰਿਏਕ ਪਰਮੇਸ਼ਵਰ ਕਿਸੇ ਬੰਦੇ ਦਾ ਪਾਸਟ ਤੇ ਪ੍ਰੈਜ਼ੈਂਟ ਦੱਸ ਰਿਹਾ ਹੁੰਦਾ ਹੈ ਵਰਡ ਆਫ ਨੌਲੇਜ ਵਿੱਚ। ਠੀਕ ਹੈ। ਹਾਂਜੀ। ਅੱਛਾ, ਫਿਰ ਵਰਡ ਆਫ ਵਿਜ਼ਡਮ ਹੈ, ਇਹਦੇ ਵਿੱਚ ਫਿਊਚਰ ਦੇ ਬਾਰੇ ਦੱਸਿਆ ਜਾਂਦਾ ਹੈ। ਇਹ ਜਿਹੜਾ ਇਹ ਪ੍ਰਕਾਸ਼ਤ ਜਾਂ ਮੁਕਾਸ਼ਫਾਤੀ ਨਿਯਮਤਾਂ ਦਾ ਇੱਕ ਗਰੁੱਪ ਹੈ। ਫਿਰ ਆ ਜਾਂਦਾ ਹੈ ਜੀ ਇੱਕ ਪਾਵਰ ਜਾਂ ਸ਼ਕਤੀਸ਼ਾਲੀ ਗਿਫਟ ਦਾ ਇੱਕ ਗਰੁੱਪ ਹੈ। ਸੋ ਉਹਦੇ 'ਚ ਵੀ 3 ਨੇ, ਯਾਨੀ ਸਾਡਾ ਵਿਸ਼ਵਾਸ, ਜਿਹਦੇ ਵਿੱਚ ਤੁਸੀਂ ਕਹਿ ਲਓ, ਲਿਖ ਲਓ, ਮਿਰਕਲਸ ਹੋ ਗਏ ਨਾ, ਚਮਤਕਾਰ ਹੋ ਗਏ ਹੈ। ਹਾਂਜੀ। ਤੇ ਹੋਰ ਹੀਲਿੰਗਸ ਵਗੈਰਾ ਹੋ ਗਈਆਂ, ਯਾਨੀ ਚੰਗਿਆਈ ਦੇਣ ਦੀ। ਇਹ ਜਿਹੜਾ ਸਵਾਲ ਹੈ ਇਹ ਬੜਾ ਅੱਛਾ ਹੈ ਕਿ ਉੱਚੀ ਬੋਲਣਾ ਚਾਹੀਦਾ ਕਿ ਨਹੀਂ ਚਰਚ ਵਿੱਚ ਜਾਂ ਘਰਾਂ 'ਚ। ਸੋ ਗੱਲ ਇੰਝ ਹੈ ਕਿ ਪਹਿਲੇ ਚਰਚ ਨੂੰ ਲੈ ਲਓ। ਚਰਚ ਦੇ ਵਿੱਚ ਚੂੰਕਿ ਇਹ ਵੋਕਲ ਗਿਫਟ ਹੈ। ਹੁਣ ਵੋਕਲ ਗਿਫਟ ਕੀ ਹੋ ਗਿਆ, ਜਿਨ੍ਹਾਂ ਦਾ ਤਲਕ ਸਾਡੇ ਗਲੇ ਦੇ ਨਾਲ ਹੈ, ਜਿਸ ਤਰ੍ਹਾਂ ਅਸੀਂ ਹੁਣ ਗੱਲ ਕਰ ਰਹੇ ਹਾਂ। ਇਹਦੇ 'ਚ 3 ਗਿਫਟ ਨੇ ਭਾਈ, ਗੈਰ ਭਾਸ਼ਾ, ਟੰਗਸ ਜਾਂ ਗੈਰ ਜ਼ੁਬਾਨ। ਦੂਸਰੀ ਭਵਿੱਖਬਾਣੀ ਜਾਂ ਉਹਨੂੰ ਪ੍ਰੋਫਸੀ ਕਹਿ ਲਓ, ਨਬੂਵਤ। ਤੀਸਰਾ ਜਿਹੜਾ ਹੈਗਾ ਉਹ ਕਿਹੜਾ ਹੈ? ਇੰਟਰਪ੍ਰੀਟੇਸ਼ਨ। ਹਾਂਜੀ। ਹਾਂਜੀ। ਮਤਲਬ ਹੈ ਕਿ ਬੋਲੀਆਂ। ਠੀਕ ਹੈ। ਸੋ ਇਹ ਇਸ ਗਰੁੱਪ ਇਹ ਚੂੰਕਿ ਵੋਕਲ ਗਿਫਟਸ ਨੇ ਤੇ ਜ਼ਾਹਿਰ ਹੈ ਕਿ ਉੱਚੀ ਵੀ ਬੋਲੇ ਜਾ ਸਕਦੇ ਨੇ। ਹੁਣ ਸਵਾਲ ਇਹ ਵੇ ਕਿ ਚਰਚ ਵਿੱਚ ਠੀਕ ਹੈ ਉੱਚੀ ਬੋਲ ਰਹੇ ਨੇ, ਲੇਕਿਨ ਨਾਲ ਹੀ ਤੁਹਾਡਾ ਦੂਸਰਾ ਸਵਾਲ ਇਹ ਵੇ ਕਿ ਛੇਤੀ ਛੇਤੀ ਜਾਂ ਕਾਲੀ ਦੇ ਵਿੱਚ। ਪਹਿਲੀ ਤਾਂ ਇਹ ਗੱਲ ਹੈ ਕਿ ਚਰਚ ਵਿੱਚ ਜਿਸ ਤਰ੍ਹਾਂ ਕਿ ਪਹਿਲਾ ਕਰੰਥੀਆਂ 14 ਦੇ ਵਿੱਚ ਇਹ ਇੱਕ ਦੱਸਿਆ ਗਿਆ ਭਈ ਚਲੋ ਬੋਲੋ, ਲੇਕਿਨ ਕਲੀਅਰ ਬੋਲੋ। ਕਾਲੀ 'ਚ ਬੋਲੋਗੇ ਕਿਉਂਕਿ ਇਹਦੀ ਟਰਾਂਸਲੇਸ਼ਨ ਵੀ ਹੁੰਦੀ ਹੈ ਨਾ, ਟਰਾਂਸਲੇਸ਼ਨ।
ਹੁਣ ਮਿਸਾਲ ਦੇ ਤੌਰ 'ਤੇ ਕਿ ਤੁਸੀਂ ਮੇਰੇ ਨਾਲ ਗੱਲ ਕਰੋ ਜਾਂ ਮੈਂ ਤੁਹਾਡੇ ਨਾਲ ਕਰਾਂ, ਛੇਤੀ ਛੇਤੀ ਗੱਲ ਕਰਨਾ, ਫਿਰ ਅਸੀਂ ਕਹਾਂਗੇ ਯਾਰ ਮੈਨੂੰ ਸਮਝ ਨਹੀਂ ਆਈ। ਸੋ ਚਰਚ ਵਿੱਚ ਗੈਰ ਜ਼ੁਬਾਨ ਬੋਲੋ, ਜਿਸ ਤਰ੍ਹਾਂ ਪਿਛਲੀ ਸਟੱਡੀਜ਼ ਵਿੱਚ ਅਸੀਂ ਦੇਖ ਲਿਆ, ਲੇਕਿਨ ਇੰਝ ਬੋਲੋ ਕਿ ਅਗਲਾ ਉਹਦੀ ਟਰਾਂਸਲੇਸ਼ਨ ਕਰ ਸਕੇ। ਠੀਕ ਹੈ। ਹੁਣ ਇਹਦੇ ਵਿੱਚ ਬਾਈਬਲ ਵਿੱਚ ਹੀ ਦੇਖ ਲਈਏ, ਅਸੀਂ ਕੋਲੋਂ ਤੇ ਨਹੀਂ ਕਹਿ ਰਹੇ। ਠੀਕ ਹੈ। ਸੋ ਇਹ ਇੱਥੇ ਤੱਕ ਕਿ ਬਾਈਬਲ ਦੇ ਵਿੱਚ ਪਾਲੂਸ ਰਸੂਲ ਇਹ ਕਹਿੰਦਾ ਹੈ ਕਿ ਯਾਰ ਜੇ ਇਹ ਤੁਰੀ ਹੁੰਦੀ ਹੈ, ਟਰੰਪਟ ਹੋ ਗਿਆ ਜਾਂ ਫਲੂਟ ਹੋ ਗਿਆ, ਬੰਸਰੀ ਹੋ ਗਈ, ਜਾਂ ਕੋਈ ਚੀਜ਼ ਵੀ ਮਿਊਜ਼ਿਕ ਦੀ ਮਿਸਾਲ ਦੇ ਰਹੇ ਨੇ ਕਿ ਉਹ ਵਜਾਈ ਜਾਏ ਤੇ ਕਲੀਅਰ ਨਾ ਹੋਵੇ, ਤੇ ਕੀ ਪਤਾ ਹੈ ਇਹ ਕਿਹੜਾ ਸਾਜ਼ ਪਿਆ ਵੱਜਦਾ। ਸੋ ਇਹਦੇ ਲਈ ਇਸੇ ਤਰੀਕੇ ਨਾਲ ਜੋ ਚਰਚ ਦੀ ਗੱਲ ਕਰ ਰਹੇ ਹਾਂ, ਇਹ ਹੌਰੀਜ਼ੈਂਟਲ ਗੱਲ ਕਰ ਰਹੇ ਹਾਂ ਜਦੋਂ ਲੋਕਾਂ ਤੱਕ, ਉਹ ਵਰਟੀਕਲ ਤੇ ਬਾਅਦ ਹੀ ਚਾਹੁੰਦੇ ਆ ਕਿ ਜਿਹੜੀ ਰੱਬ ਨਾਲ ਕਰਨੀ ਹੈ ਜਾਂ ਘਰ ਕਰਨੀ ਹੈ, ਉਹ ਵੱਖਰੀ, ਪਹਿਲੇ ਇਹਨੂੰ ਨਿਬੇੜ ਲਈਏ। ਸੌਰੀ, ਨਿਬੇੜਨਾ ਨਹੀਂ, ਮਤਲਬ ਇਹ ਕਲਾਮ ਵਿੱਚੋਂ ਦੇਖ ਲਈਏ ਪੰਜਾਬੀ ਲੈਂਗੁਏਜ ਵਿੱਚ, ਫਿਰ ਹੁਣ ਕੀ ਕੀਤਾ ਜਾਏ। ਸੋ ਐਨੀਵੇ, ਸੋ ਪਹਿਲਾ ਕਰੰਥੀਆਂ 14 ਦੀ 7 ਤੋਂ ਅੱਗੇ ਪੜ੍ਹ ਦੋ ਕਿ ਪਾਲੂਸ ਰਸੂਲ ਬਲੀਵਰਸ ਨੂੰ ਕਹਿ ਰਿਹਾ, ਵਿਸ਼ਵਾਸੀਆਂ ਨੂੰ ਕਹਿ ਰਿਹਾ ਕਿ ਬਈ ਗੱਲ ਇਹ ਹੈ, ਬੋਲੋ ਤੇ ਉੱਚੀ ਲੇਕਿਨ ਕਲੀਅਰ ਬੋਲੋ, ਤਾਂ ਕਿ ਜਿੰਨੇ ਟਰਾਂਸਲੇਸ਼ਨ ਕਰਨੀ ਹੈ ਉਹਨੂੰ ਤਾਂ ਸਮਝ ਆਏ ਜੀ। ਠੀਕ ਹੈ। ਹਾਂਜੀ। ਤੇ ਆਪਾਂ ਹਾਂਜੀ ਉਹ ਪੜ੍ਹਦੇ ਦਿਓ। ਪਹਿਲਾ ਕਰੰਥੀਆਂ 14 ਦੀ 7 ਲਿਖਿਆ ਹੈ, ਬੇਜਾਨ ਵਸਤਾਂ ਵੀ ਜਿਹੜੀਆਂ ਆਵਾਜ਼ ਦਿੰਦੀਆਂ ਹਨ, ਭਾਵੇਂ ਵੰਝਲੀ ਭਾਵੇਂ ਰਬਾਬ, ਜੇ ਉਹਨਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕੀ ਪਤਾ ਲੱਗੇ ਕਿ ਫੂਕੀਆਂ ਅਥਾਵਾਂ ਵਜਾਈਆਂ, ਵਾਹ, ਕੀ ਫੂਕਿਆ ਅਥਵਾ ਵਜਾਇਆ ਜਾਂਦਾ ਹੈ। ਠੀਕ ਹੈ। ਅੱਗੇ ਅੱਛਾ ਹਾਂ 11 ਤੱਕ ਜੀ 7 ਤੋਂ। ਤੇ ਜੇ ਤੁਰੀ ਠਿਕਾਣੇ ਆਵਾਜ਼ ਦੇਣ ਦਾ, ਤਾਂ ਕੌਣ ਲੜਾਈ ਲਈ ਲੱਕ ਬੰਨਣਗੇ। ਹਾਂਜੀ ਹਾਂਜੀ ਹਾਂਜੀ, ਮਤਲਬ ਤੁਰੀ ਵੱਜਦੀ ਸੀ ਨਾ, ਤੇ ਜਿਸ ਤਰੀਕੇ ਨਾਲ ਬਨੀ ਇਸਰਾਈਲ ਕੌਮ ਵਿੱਚ ਅਸੀਂ ਦੇਖਦੇ ਹਾਂ ਟਰੰਪਟ ਜਾਂ ਤੁਰੀ ਵੱਜਦੀ ਸੀ, ਇਹ ਇੱਕ ਐਲਾਨ ਹੁੰਦਾ ਸੀ, ਰੁਕ ਜਾਓ ਚਲੋ। ਤੇ ਉਹ ਕਹਿੰਦਾ ਜੇ ਤੁਰੀ ਹੀ ਕਲੀਅਰ ਨਾ ਹੋਵੇ, ਉਹਨੂੰ ਇਹ ਦੱਸ ਰਿਹਾ ਜੇ ਅਸੀਂ ਬੋਲਦੇ ਜਾਈਏ ਜਲਦੀ ਜਲਦੀ ਤੇ ਟਰਾਂਸਲੇਸ਼ਨ ਉਹ ਕੀ ਪਤਾ ਲੱਗੇ ਕੀ। ਮਤਲਬ ਕਹਿੰਦਾ ਉਹਦਾ ਹੋਣਾ ਨਾ, ਸਮਝਾ, ਐਸ ਜੇ ਤੁਰੀ ਐਸ ਸੁਰ ਦੇ ਵਿੱਚ ਫੂਕੀ ਜਾਏਗੀ ਤਾਂ ਮਤਲਬ ਚੱਲ ਪਾਓ, ਐਸ ਸੁਰ ਦੇ ਵਿੱਚ ਤੁਰੀ ਫੂਕੀ ਜਾਏਗੀ ਤਾਂ ਹੁਣ ਮਤਲਬ ਕਲੀਅਰ ਹੋਣਾ, ਮਤਲਬ ਕਿ ਹੁਣ ਰੁਕ ਜਾਓ। ਹਾਂਜੀ, ਦੋਨੇ ਉਹ ਤੁਰੀ ਫੂਕਣੀ ਦੋਨੇ ਟਾਈਮ ਹੈ, ਉਹ ਤੁਰੀ ਦੀ ਸਾਹ ਉਹਦੀ ਆਵਾਜ਼ ਤੋਂ ਕਿਸ ਆਵਾਜ਼ ਦੇ ਵਿੱਚ ਉਹ ਹਿਸਾਬ ਪਤਾ ਲੱਗ ਜਾਣਾ ਹੈ ਨਾ। ਸੋ ਇਸ ਲਈ ਤਰਸਾ ਰਿਹਾ ਹੈ ਕਿ ਜਿਹੜੀ ਲੈਂਗੁਏਜ ਜਾਂ ਗੈਰ ਭਾਸ਼ਾ ਅਸੀਂ ਬੋਲਣੀ ਹੈ ਉਹ ਕਲੀਅਰ ਹੋਵੇ, ਇੰਨੀ ਹੋਵੇ ਕਿ ਅਗਲਾ ਉਹਦਾ ਟਰਾਂਸਲੇਸ਼ਨ ਕਰ ਸਕੇ। ਜੀ ਅੱਗੇ ਪੜ੍ਹ ਦਿਓ ਸਰ। ਹਾਂਜੀ, ਇਸ ਕਿਹੜੀ ਆਇਤ ਹੈ ਜੀ? 9ਵੀਂ ਜੀ। ਇਸੇ ਤਰ੍ਹਾਂ ਤੁਸੀਂ ਵੀ ਜੇ ਸਿੱਧੀ ਗੱਲ ਆਪਣੀ ਬੇਜਾਨੋ ਨਾ ਬੋਲੋ ਤਾਂ ਕੀ ਪਤਾ ਲੱਗੇ ਕਿ ਬੋਲਿਆ ਜਾਂਦਾ ਹੈ। ਹਾਂ, ਮਤਲਬ ਕਲੀਅਰ। ਤੁਸੀਂ ਪਾਉਣ ਨਾਲ ਗੱਲਾਂ ਕਰਨ ਵਾਲੇ ਹੋਵੋਗੇ, ਮਤਲਬ ਪਾਉਣ ਉਹਦੇ ਹਵਾ ਛੇਤੀ ਛੇਤੀ ਕਰ ਰਹੇ ਹੋ ਕਿਉਂਕਿ ਟਰਾਂਸਲੇਸ਼ਨ ਨਹੀਂ। ਹਾਂਜੀ ਅੱਗੇ, ਕੀ ਜਾਣੀਏ ਕਿ ਸੰਸਾਰ ਵਿੱਚ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਹਨ ਅਤੇ ਕੋਈ ਵਿਅਰਥ ਨਹੀਂ ਹੈ। ਉਪਰੰਤ ਜੇ ਉਹ ਬੋਲੀ ਮੇਰੀ ਸਮਝ ਵਿੱਚ ਨਾ ਆਉਂਦੀ ਹੋਵੇ ਤਾਂ ਮੈਂ ਬੋਲਣ ਵਾਲੇ ਦੇ ਭਾਣੇ ਉਬੜ ਬਣਾਵਾਂਗਾ ਤੇ ਬੋਲਣ ਵਾਲੇ ਮੇਰੇ ਭਾਣੇ ਉਬੜ ਬਣੇਗਾ। ਹਾਂਜੀ ਠੀਕ ਹੈ। ਚਲੋ ਇਹ ਕਲੀਅਰ ਹੋ ਗਈ ਕਿ ਉੱਚੀ ਬੋਲੋ ਕਿਉਂਕਿ ਉਹਦੀ ਟਰਾਂਸਲੇਸ਼ਨ ਹੋਣੀ ਹੈ। ਕਿਉਂਕਿ ਇਸੇ ਦੀ ਬਹੁਤ ਆਇਤਾਂ ਨੇ, ਪਹਿਲਾ ਕਰੰਥੀਆਂ 14 ਦੀ ਹੈ ਨਾ 27 ਤੇ 28 ਆਇਤ ਵੀ ਪੜ੍ਹ ਦਿਓ ਤੇ ਇਹਦਾ ਜਵਾਬ ਸਾਨੂੰ ਮਿਲ ਜਾਏਗਾ ਕਿ ਚਰਚ ਵਿੱਚ ਗੈਰ ਜ਼ਬਾਨ ਬੋਲਣਾ ਜਿਹੜਾ ਹੈ ਉਹ ਇੱਕ ਲਾਜ਼ਮੀ ਇਹ ਵੀ ਹੈ ਕਿ ਉਹਦੀ ਟਰਾਂਸਲੇਸ਼ਨ ਵੀ ਤਾਂ ਹੋਣੀ ਹੈ। ਇਹ ਵੀ 2 ਵਰਸਿਸ ਪੜ੍ਹ ਦਿਓ ਤਾਂ ਕਿ ਅਸੀਂ ਕੁਝ ਵੀ ਕਰੀਏ। ਔਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਗੈਰ ਭਾਸ਼ਾ, ਇਹ ਬੜੀ ਵੱਡੀ ਇੱਕ ਦਾਤ ਹੈ, ਇਹ ਬੋਲਣੀ ਹੈ ਨਾ, ਠੀਕ ਹੈ, ਤੇ ਇਹਨੂੰ ਇਹ ਆਵਾਜ਼ ਵੀ ਨਹੀਂ ਚੇਂਜ ਕਰ ਲੈਣੀ। ਭਈ ਜਿਹੜੀ ਸਾਡੀ ਨਾਰਮਲ ਆਵਾਜ਼ ਹੈਗੀ ਹੈ ਉਹਦੇ 'ਚ ਬੋਲਣੀ ਹੈ। ਹੁਣ ਇਹ ਨਹੀਂ ਕਰਨਾ ਆਵਾਜ਼ ਹੀ ਚੇਂਜ ਕਰ ਲਓ,
ਉਹ ਭਾਰੀ ਕਰ ਲਓ ਜਾਂ ਨੈਚੁਰਲ ਚੱਲਣਾ ਹੈ। ਠੀਕ ਹੈ। ਹਾਂ, ਇਹ ਗੱਲ। ਹਾਂਜੀ, 27 ਤੇ 28 ਪਹਿਲਾ ਕਰੰਥੀਆਂ 14 ਦੀ 27 ਤੇ 28 ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੇ ਕੋਈ ਪਰਾਈ ਭਾਸ਼ਾ ਬੋਲੇ ਤਾਂ 2-2 ਅਥਵਾ ਵੱਧ ਤੋਂ ਵੱਧ 3-3 ਕਰਕੇ ਬੋਲਣ, ਸੋ ਕਿ ਬਾਰੋ ਬਾਰੀ ਅਤੇ ਇੱਕ ਜਾਣਾ ਅਰਥ ਕਰੇ। ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸਿਆ ਵਿੱਚ ਚੁੱਪ ਰਹੇ ਅਤੇ ਆਪਣੇ ਆਪ ਅਤੇ ਪਰਮੇਸ਼ਰ ਨਾਲ ਬੋਲੇ। ਹਾਂਜੀ, ਸੋ ਇਹ ਵੀ ਇੱਕ ਕੰਡੀਸ਼ਨ ਦੱਸੀ ਗਈ ਹੈ ਕਿ ਜੋ ਬੋਲੋ ਕਲੀਅਰ ਬੋਲੋ, ਕਿਉਂਕਿ ਉਹਦੀ ਟ੍ਰਾਂਸਲੇਸ਼ਨ ਵੀ ਹੋਣੀ ਹੈ। ਸੋ ਇਹ ਗੱਲ ਹੈ। ਅੱਛਾ, ਦੂਸਰਾ ਪਾਰਟ B ਆ ਜਾਓ। ਹਾਂ, ਜਦੋਂ ਤੁਸੀਂ ਡਿਵੋਸ਼ਨਲ ਹੋ, ਯਾਨੀ ਪ੍ਰੇਅਰ ਲੈਂਗੁਏਜ ਦੇ ਤੌਰ ਤੇ ਬੋਲ ਰਹੇ ਹੋ, ਜਿਸ ਤਰ੍ਹਾਂ ਖੁਦਾਵੰਦ ਯਿਸੂ ਨੇ ਕਿਹਾ ਕਿ ਬਈ ਜਾ ਬੂਆ ਬੰਦ ਕਰਕੇ ਕਮਰੇ ਦੇ ਵਿੱਚ ਤੇ ਆਪਣਾ ਉਸ ਪਿਤਾ ਨਾਲ ਰਾਬਤਾ ਕਰ। ਜਦੋਂ ਘਰ ਵਿੱਚ ਹੋ ਤੇ ਭਾਵੇਂ ਤੇਜ਼ ਬੋਲੋ, ਉਹ ਇੰਜ ਹੁੰਦਾ ਹੈ ਕਿ ਉਹ ਬੋਲੋਗੇ ਤੇ ਉਹਦਾ ਪਹਿਲਾ ਕਰੰਥੀਆਂ 14 ਦੀ ਦੂਸਰੀ ਆਇਤ ਦੇ ਮੁਤਾਬਿਕ, ਕਿਉਂਕਿ ਉਹਦਾ ਤੇ ਉਹ ਤੇ ਕੋਈ ਹੋਰ ਸੁਣ ਨਹੀਂ ਰਿਹਾ, ਕਿਉਂਕਿ ਤੁਹਾਡੀ ਜਾਂ ਸਾਡੀ ਆਤਮਾ, ਪਵਿੱਤਰ ਆਤਮਾ ਜਿਹੜਾ ਹੈ ਉਹ ਐਗਜ਼ੈਕਟ ਸਾਡਾ ਕਨੈਕਸ਼ਨ ਕਰਾਉਂਦੀ ਹੈ ਨਾ ਪਿਤਾ ਨਾਲ। ਤੇ ਉਹਦੇ ਵਿੱਚ ਚੂੰਕਿ ਹੋਰ ਲੋਕ ਨਹੀਂ ਨੇ, ਤੇ ਉਹ ਤੁਹਾਡਾ ਜ਼ਿਹਨ ਜਿਹੜਾ ਹੈ ਕਿ ਮਾਈਂਡ ਉਹਦੇ ਡੈਡ ਹੋ ਜਾਂਦਾ ਨਾ। ਪਹਿਲਾ ਕਰੰਥੀਆਂ 14 ਦੀ 15 ਦੇ ਮੁਤਾਬਿਕ, ਠੀਕ ਹੈ, ਉਹ ਡੈਡ ਹੋ ਜਾਂਦਾ। ਮਤਲਬ ਡੈਡ ਮੀਨਸ ਕਿ ਉਹ ਸਮਝ ਨਹੀਂ ਆਉਂਦੀ, ਲੇਕਿਨ ਰੂਹ ਦੇ ਨਾਲ ਸਾਡੀ ਪਵਿੱਤਰ ਆਤਮਾ ਸਾਡੀ ਰੂਹ ਦੇ ਨਾਲ ਐਗਜ਼ੈਕਟ ਪਰਮੇਸ਼ਵਰ ਦੇ ਨਾਲ ਸਾਡਾ ਡਾਇਰੈਕਟ ਕਨੈਕਸ਼ਨ ਕਰਾ ਦਿੰਦਾ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਫਿਰ ਭੇਤ ਦੀਆਂ ਗੱਲਾਂ ਹੁੰਦੀਆਂ ਨੇ। ਠੀਕ ਹੈ। ਸੋ ਉੱਥੇ ਤੁਸੀਂ ਬੋਲ ਸਕਦੇ ਹੋ। ਆਪ ਪੜ੍ਹਦੀ ਹੈ ਜੀ 14 ਦੀ ਸੌਰੀ ਮੈਂ 14 ਦੀ 2। ਜੀ ਪਲੀਜ਼। ਹਾਂਜੀ ਪਲੀਜ਼। ਉਹਦੇ ਵਿੱਚ ਆਪਣਾ ਹੈਗਾ ਜੀ ਪਹਿਲਾ ਕਰੰਥੀ 14 ਦੀ 2 ਵਿੱਚ ਇਸ ਤਰ੍ਹਾਂ ਹੈਗਾ, ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਲਈ ਨਹੀਂ ਸਗੋਂ ਪਰਮੇਸ਼ਰ ਨਾਲ ਬੋਲਦਾ ਹੈ, ਇਸ ਲਈ ਕਿ ਕੋਈ ਨਹੀਂ ਸਮਝਦਾ, ਪਰ ਉਹ ਆਤਮਾ ਵਿੱਚ ਭੇਦ ਦੀਆਂ ਗੱਲਾਂ ਕਰਦਾ ਹੈ। ਠੀਕ ਹੈ। ਹਾਂਜੀ, ਠੀਕ ਹੈ। ਤੇ ਇੱਥੇ ਤੇ ਠੀਕ ਹੈ, ਉਹ ਆਦਮੀਆਂ ਨਾਲ। ਹਾਂ, ਤੁਸੀਂ ਫਿਲਹਾਲ ਇਹ ਕਿਹਾ ਜੀ ਜੇ ਚਰਚ ਵਿੱਚ ਬੋਲਣਾ ਹੌਲੀ ਹੌਲੀ ਬੋਲੋ, ਔਰ ਜਿਸ ਤਰ੍ਹਾਂ ਆਪਾਂ ਪੜ੍ਹਿਆ ਹੈਗਾ ਉਹਦੀ ਟ੍ਰਾਂਸਲੇਸ਼ਨ ਹੋਵੇ। ਹਾਂਜੀ, ਤੇ ਹੋਲੀ ਮੀਨਸ ਜਿਹੜੀ ਸਾਡੀ ਆਮ ਭਾਸ਼ਾ, ਆਮ ਮਤਲਬ ਜਿਸ ਤਰ੍ਹਾਂ ਬੋਲਨੇ ਆ। ਹਾਂਜੀ, ਬੋਲਦੇ। ਹਾਂਜੀ ਜੀ। ਤੇ ਘਰ ਦੇ ਵਿੱਚ ਆਪਾਂ ਉੱਚੀ ਮਤਲਬ ਕਾਲੀ ਜਿਸ ਤਰ੍ਹਾਂ ਮਰਜ਼ੀ ਬੋਲ ਲਓ। ਹਾਂਜੀ, ਸੋ ਇਦਾਂ ਕਹਿੰਦੇ ਨਾ। ਹਾਂ, ਪਰਸਨ। ਅੱਛਾ, ਪਰ ਗੱਲ ਇਹ ਹੈਗੀ ਜੀ ਜਿਹੜੀ ਹੁਣ ਮੈਂ ਪੜ੍ਹੀ ਆਇਤ ਹੈ ਨਾ, ਪਹਿਲਾ ਕਰੰਥੀ 14 ਦੀ 2। ਦੇਖੋ, ਜਿਹੜੀ ਇੱਥੋਂ ਆਪਾਂ ਫਿਲਹਾਲ ਜਿਹੜਾ ਜੋ ਕੁਛ ਪੜ੍ਹਿਆ ਉਹਦੇ ਵਿੱਚ ਹੈਗਾ, ਇੱਕ ਤਾਂ ਹੈਗਾ ਟ੍ਰਾਂਸਲੇਸ਼ਨ ਜੋ ਆਪਾਂ ਆਪਸ ਦੇ ਵਿੱਚ ਚੱਲ, ਉਹਦੇ ਲਈ ਹੌਰੀਜ਼ੌਂਟਲ, ਉਹਦੇ ਲਈ ਟ੍ਰਾਂਸਲੇਸ਼ਨ ਜ਼ਰੂਰੀ ਆ। ਰੱਬ ਕੁਛ ਕਹਿ ਰਿਹਾ ਹੈ। ਜਿਹੜਾ ਵਰਟੀਕਲ ਹੈਗਾ ਆ ਉਹ ਪਰਮੇਸ਼ਰ ਨਾਲ ਹੈਗਾ, ਤੇ ਇਹ ਜ਼ਰੂਰੀ ਨਹੀਂ ਹੈਗਾ ਜਿਹੜਾ ਰੱਬ ਨਾਲ ਹੋਣਾ ਹੈ ਉਹ ਚਰਚ ਵਿੱਚ ਨਾ ਹੋਵੇ, ਤੇ ਚਰਚ ਵਿੱਚ ਵੀ ਹੋ ਸਕਦਾ। ਉਹ ਆਪਾਂ ਭਗਤ ਦੀਆਂ ਗੱਲਾਂ ਰੱਬ ਦੇ ਨਾਲ ਕਰ ਸਕਦੇ ਹਾਂ, ਜ਼ਰੂਰੀ ਤਾਂ ਨਹੀਂ ਉਹ ਘਰ ਦੇ ਵਿੱਚ ਹੀ ਕਰਨੀਆਂ ਆ। ਤੇ ਉਹ ਉਸ ਨੂੰ ਫਿਰ ਕਿੱਦਾਂ ਬੈਲੈਂਸ ਕਰਨਾ ਮੇਰਾ। ਹਾਂਜੀ, ਠੀਕ ਹੈ। ਜਿਹੜੀਆਂ ਇਸੇ ਦੀ ਮਿਸਾਲ ਲੈ ਲਓ, ਉਹ ਇਹ ਵੇ ਕਿ ਇਹਦਾ ਲਾਭ। ਹਾਂਜੀ, ਯਾਨੀ ਇਹਨੂੰ ਕਹਿ ਲਓ ਕਿ ਐਡੀਫਿਕੇਸ਼ਨ ਦਾ ਮਤਲਬ ਇਹ ਹੈ, ਜਾਂ ਅਫਜ਼ੂਨੀ ਦਾ ਮਤਲਬ ਇਹ ਕਿ ਇੱਕ ਬਿਲਡਿੰਗ ਨੂੰ ਬਣਾਉਣਾ। ਉਹਦਾ ਲਾਭ ਕਲੀਸਿਆ ਨੂੰ ਹੋਣਾ ਚਾਹੀਦਾ ਹੈ। ਜੋ ਵੀ ਨੇਮਤ, ਜੋ ਵੀ ਗਿਫਟ ਚਰਚ ਵਿੱਚ ਇਕੱਠ ਦੇ ਵਿੱਚ ਜਾਂ ਸੰਗਤੀ 'ਚ ਹੋਏਗਾ, ਅਗਰ ਉਹਦਾ ਫਾਇਦਾ ਉਹਨਾਂ ਨੂੰ ਨਹੀਂ ਹੋ ਰਿਹਾ ਲੋਕਾਂ ਨੂੰ, ਠੀਕ ਹੈ। 12ਵੀਂ ਆਇਤ ਪੜ੍ਹ ਦਿਓ, ਪਹਿਲਾ ਕਰੰਥੀਆਂ 14 ਦੀ 12। ਸੋ 14 ਦੀ 12 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਇਸੇ ਤਰ੍ਹਾਂ ਤੁਸੀਂ ਵੀ ਜਾਂ ਆਤਮਿਕ ਦਾਤਾਂ ਨੂੰ ਲੋਚਦੇ ਹੋ ਤਾਂ ਯਤਨ ਕਰੋ ਕਿ ਕਲੀਸਿਆ ਦੀ ਲਾਭ ਲਈ ਤੁਹਾਨੂੰ ਵਾਧਾ ਹੋਵੇ। ਸੋ ਉੱਥੇ ਅਸੀਂ ਧਿਆਨ ਰੱਖਣਾ ਹੈ ਜੀ, ਤਾਂ ਕਿ ਅਸੀਂ ਬਾਕੀਆਂ ਨੂੰ ਵੀ ਸ਼ਾਮਲ ਕਰ ਸਕੀਏ। ਕਲੀਸਿਆ ਦਾ ਵਾਧਾ ਹੋਵੇ।
ਹਾਂ ਹਾਂਜੀ। ਜੀ ਤੇ ਆਪਾਂ ਪਿੱਛੇ ਆਪਾਂ ਦੇਖਿਆ ਸੀਗਾ ਕਿੰਨੇ ਕਿੰਨੇ ਤਰ੍ਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨਾ। ਜੀ ਜੀ ਤੇ ਹੋ ਸਕਦਾ ਹੈਗਾ ਆ ਉਹ ਜਿਹੜਾ ਹੈ ਇਨਸਾਨ ਚਰਚ ਦੇ ਵਿੱਚ ਪਵਿੱਤਰ ਆਤਮਾ ਦੇ ਨਾਲ ਬੋਲ ਰਿਹਾ ਹੈ, ਔਰ ਉਹ ਸਿੱਧਾ ਰੱਬ ਦੇ ਨਾਲ ਹੀ ਬੋਲ ਰਿਹਾ ਹੈ। ਔਰ ਇੱਕ ਤਾਂ ਡਿਵੋਸ਼ਨ ਹੁੰਦਾ, ਉਹਦੇ ਵਿੱਚ ਯਿਸੂ ਦੀ ਵਡਿਆਈ ਹੁੰਦੀ ਹੈਗੀ ਆ, ਉਹ ਵੀ ਹੋ ਸਕਦਾ, ਤੇ ਪਰਮੇਸ਼ਰ ਦੀ ਵਡਿਆਈ ਲਈ ਵੀ ਹੋ ਸਕਦਾ, ਜਾਂ ਉਹ ਕਿਸੇ ਦੇ ਲਈ ਇੰਟਰਸੈਸਰੀ ਪ੍ਰੇਅਰ ਵੀ ਕਰ ਸਕਦਾ, ਹੋ ਸਕਦਾ ਆ। ਤੇ ਆਪਾਂ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ ਆਹ ਕਰਨਾ ਆਹ ਨਹੀਂ ਕਰਨਾ? ਹਾਂਜੀ। ਤੇ ਜੋ ਅਗਰ ਪਵਿੱਤਰ ਆਤਮਾ ਕਰਵਾ ਰਿਹਾ, ਜੋ ਵੀ ਕਰਵਾ ਰਿਹਾ ਹੈਗਾ, ਤੇ ਉਹ ਠੀਕ ਹੈ। ਇੱਦਾਂ ਨਹੀਂ ਹੋ ਲੈਣਾ ਚਾਹੀਦਾ ਜੀ। ਅੱਛਾ, ਪਬਲਿਕ ਦੇ ਵਿੱਚ ਜਿਹੜੀ ਹੈ ਨਾ, ਜਿਸ ਤਰ੍ਹਾਂ ਪਬਲਿਕ ਜਾਂ ਦੇ ਵਿੱਚ ਜਾਂ ਚਰਚ ਵਿੱਚ ਹਾਂਜੀ ਅਸੀਂ ਇਹ ਦੇਖਿਆ ਹੈ ਕਿ ਜਦੋਂ ਉੱਥੇ ਇਹ ਐਕਟਸ ਚੈਪਟਰ 2 ਦੇ ਵਿੱਚ, ਠੀਕ ਹੈ, 4 ਤੋਂ 6 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਗੈਰ ਭਾਸ਼ਾ ਉਹਨਾਂ ਨੂੰ ਮਿਲੀ, ਮਤਲਬ ਗੈਰ ਭਾਸ਼ਾ ਮੀਨਸ ਬੈਪਟਿਜ਼ਮ ਆਫ ਹੋਲੀ ਸਪਿਰਿਟ, ਤੇ ਉਹ ਕਰ ਕੀ ਰਹੇ ਸਨ? ਉਹ ਉਹਨਾਂ ਲੋਕਾਂ ਨੂੰ ਪਰਮੇਸ਼ਵਰ ਦੀਆਂ ਵੱਡੇ ਵੱਡੇ ਕੰਮਾਂ ਦਾ ਬਿਆਨ ਕਰ ਰਹੇ ਸਨ। ਠੀਕ ਹੈ, ਵੱਡੇ ਵੱਡੇ ਕੰਮ ਜਿਹੜੇ ਉਹਨੇ ਕੀਤੇ ਸਨ, ਉਹਦਾ ਬਿਆਨ ਹੋ ਰਿਹਾ। ਠੀਕ ਹੈ ਨਾ, ਲਿਖਿਆ ਹੋਇਆ ਉੱਥੇ। ਸੋ ਮਤਲਬ ਇਹ ਹੋ ਗਿਆ ਕਿ ਠੀਕ ਹੈ, ਉਹ ਅਗਰ ਬੋਲ ਰਹੇ ਨੇ ਤੇ ਇਹ ਬਹੁਤ ਅੱਛਾ ਸਵਾਲ ਹੈ ਕਿ ਲੇਕਿਨ ਲਾਭ ਤੇ ਹੋਵੇ ਨਾ, ਜਿਸ ਤਰੀਕੇ ਨਾਲ ਯਰੂਸ਼ਲਮ ਵਿੱਚ ਈਦੇ ਪੈਂਤੀਕੋਸਤ ਵਾਲੇ ਦਿਨ ਯਹੂਦੀ ਸਨ, ਉੱਥੇ ਜਿਹੜੀਆਂ ਬੋਲੀਆਂ ਗਈਆਂ ਨੇ ਹਨਾ, ਭਾਵੇਂ ਉਹ ਜ਼ੋਰ ਦੀਆਂ ਬੋਲ ਰਹੀਆਂ ਸਨ, ਲੇਕਿਨ ਲਾਭ ਤੇ ਹੋ ਰਿਹਾ ਨਾ, ਉਹਨਾਂ ਨੂੰ ਸਮਝ ਆ ਰਹੀ ਸੀ। ਤੇ ਇਹ ਵੀ ਕੰਡੀਸ਼ਨ ਠੀਕ ਹੈ ਕਿ ਰੱਬ ਕੀ ਕਰ ਰਿਹਾ। ਇਸੇ ਲਈ ਪਾਲੂਸ ਰਸੂਲ ਕਹਿ ਰਿਹਾ ਹੈ ਕਿ ਇਹ ਜਿਹੜੀ ਪ੍ਰੋਫਸੀ ਹੈ, ਨਬੂਵਤ ਹੈ, ਉਹ ਜਦੋਂ ਬੋਲੀ ਜਾਂਦੀ ਹੈ ਤੇ ਉਹਦਾ ਟਰਾਂਸਲੇਸ਼ਨ ਵੀ ਨਾਲ ਨਾਲ ਹੁੰਦਾ ਤਾਂ ਕਿ ਲਾਭ ਮਿਲ ਜਾਏ ਲੋਕਾਂ ਨੂੰ। ਇਸ ਲਈ ਉਹ ਕਹਿੰਦਾ ਕਿ ਤੁਸੀਂ ਗੈਰ ਭਾਸ਼ਾ ਤੇ ਅੱਛੀ ਹੈ, ਕਿਉਂਕਿ ਪਾਲੂਸ ਰਸੂਲ ਖੁਦ ਪਹਿਲਾ ਕਰੰਥੀਆਂ 14:18 'ਚ ਕਹਿੰਦਾ ਮੈਂ ਬਹੁਤ ਹੀ ਬੋਲਣਾ। ਉਹ ਆਇਤ ਪੜ੍ਹ ਦਿਓ, ਉਹ ਆਇਤ ਪੜ੍ਹ ਦਿਓ ਕਿ ਬੋਲਣਾ ਵਾ। ਕਦੋਂ ਬੋਲਣਾ ਵਾ? ਜਦੋਂ ਮੈਂ ਪਰਸਨਲ ਜਾਂ ਡਿਵੋਸ਼ਨ ਵਿੱਚ ਹੋਣਾ, ਉਦੋਂ ਬੋਲਣਾ। ਉਹ ਆਇਤ ਪੜ੍ਹ ਦਿਓ ਜ਼ਰਾ ਪਲੀਜ਼। ਦੱਸੋ ਜੀ, ਫਿਰ ਕਿਹੜੀ ਆ? ਪਹਿਲਾ ਕਰੰਥੀਆਂ 14:18 ਗੱਲ ਬੋਲੀ ਸੀ। ਓਕੇ ਜੀ, ਹਾਂਜੀ, ਹਾਂ, ਇਹ ਚਰਚ ਦੀ ਗੱਲ ਹੋ ਰਹੀ ਹੈ। ਹਾਂ, ਪਹਿਲਾ ਕਰੰਥੀਆਂ 14:18 ਲਿਖਿਆ ਹੈ, ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਸਾਂ ਸਭਨਾਂ ਨਾਲੋਂ ਵਧੇਰੇ ਪਰਾਈਆਂ ਭਾਸ਼ਾਵਾਂ ਬੋਲਦਾ ਹਾਂ। ਉਹ ਬੋਲਦਾ ਸੀ। ਹਾਂ, ਤਾਂ ਵੀ ਕਲੀਸਿਆ ਦੇ ਵਿੱਚ 5 ਗੱਲਾਂ ਆਪਣੀ ਸਮਝ ਨਾਲ ਬੋਲਣਾ ਹੀ ਹੋਰਨਾਂ ਨੂੰ ਵੀ ਸਿਖਾਲਾ, ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ 10,000 ਗੱਲਾਂ ਪਰਾਈਆਂ ਭਾਸ਼ਾਵਾਂ ਵਿੱਚ ਬੋਲਾਂ। ਹਾਂਜੀ, ਉਹ ਕਹਿ ਰਿਹਾ ਹੈ ਕਿ ਬਈ ਇਹ ਨਹੀਂ, ਉਹ ਇਨਕਰੇਜ ਕਰ ਰਿਹਾ ਹੈ। ਲੇਕਿਨ ਚਰਚ ਵਿੱਚ ਉਹ ਕਹਿ ਰਿਹਾ ਹੈ ਕਿ ਮੈਂ ਤਾਂ ਵੈਸੇ ਇਹ ਨਹੀਂ ਕਿ ਮੈਂ ਤੁਹਾਨੂੰ ਮਨਾ ਕਰ ਰਿਹਾ, ਇਹ ਨਹੀਂ, ਮੈਂ ਤਾਂ ਖੁਦ ਬੋਲਣਾ। ਲੇਕਿਨ ਚਰਚ ਵਿੱਚ ਠੀਕ ਹੈ। ਹਾਂਜੀ, ਮੈਂ ਨਹੀਂ ਸਮਝ ਗਿਆ, ਮੈਂ ਸਾਰੀ ਗੱਲ ਸਮਝਦਾ ਜੀ। ਜੀ ਠੀਕ ਆ, ਪਰ ਕਿਸੇ ਦਾ ਸਵਾਲ ਹੋ ਸਕਦਾ। ਜੀ ਜੀ, ਔਰ ਮੇਰਾ ਵੀ ਸਵਾਲ ਹੈ। ਸਾਰਾ ਕੁਝ ਠੀਕ ਹੈ, ਇੱਦਾਂ ਕੋਸ਼ਿਸ਼ ਹੋਣੀ ਚਾਹੀਦੀ ਆ, ਪਰ ਆਪਾਂ ਕੀ ਇੱਕ ਬਾਉਂਡਰੀ ਬਣਾ ਕੇ ਬਾਕਸ ਦੇ ਵਿੱਚ ਰੱਖ ਸਕਦੇ ਹੈਗੇ ਆ ਰੱਬ ਇੱਦਾਂ ਹੀ ਕਰੇਗਾ? ਠੀਕ ਹੈ। ਤੇ ਹਾਂਜੀ, ਜੇ ਹੋ ਜਿੱਦਾਂ ਮੈਂ ਕਿਹਾ ਆਪਣਾ ਕਿਸੇ ਦੇ ਲਈ ਇੰਟਰਸੈਸਰੀ, ਕਿਸੇ ਦੇ ਲਈ ਪ੍ਰੇਅਰ ਪਰਮੇਸ਼ਰ ਉਸ ਟਾਈਮ ਕਰਵਾਉਣਾ ਚਾਹੁੰਦਾ ਹੋਏਗਾ, ਜਿਹੜੀ ਸਾਨੂੰ ਨਹੀਂ ਪਤਾ ਕੀ ਕਰਵਾ ਰਿਹਾ ਉਹਦੀ। ਹਾਂਜੀ, ਤੇ ਉਹ ਜ਼ਰੂਰੀ ਨਹੀਂ ਉਹਦੀ ਟਰਾਂਸਲੇਸ਼ਨ ਵੀ ਹੋਵੇ। ਹੁਣ ਆਪਣੀ ਚਰਚ ਦੇ ਵਿੱਚ, ਸਾਡੇ ਆਪਣੀ ਚਰਚ ਦੇ ਵਿੱਚ ਟਰਾਂਸਲੇਸ਼ਨ ਨਹੀਂ ਹੁੰਦੀ ਹੈਗੀ, ਟਰਾਂਸਲੇਸ਼ਨ ਦਾ ਗਿਫਟ ਨਹੀਂ ਹੈਗਾ। ਇਹਦਾ ਮਤਲਬ ਇਹ ਨਹੀਂ ਹੈਗਾ ਪਵਿੱਤਰ ਆਤਮਾ ਨੇ ਉਭਾਰਨਾ ਨਹੀਂ ਹੈਗਾ ਬੋਲੀਆਂ ਬੋਲਣ ਦੇ ਲਈ। ਜੇ ਹੁਣ ਉਹ ਬੋਲਦਾ ਹੈਗਾ, ਹੋ ਸਕਦਾ ਉਹ ਕਿਸੇ ਲਈ ਪ੍ਰੇਅਰ ਕਰ ਰਿਹਾ ਹੈਗਾ, ਤੇ ਉਹ ਫਿਰ ਆਪਾਂ ਉਹਨੂੰ ਪਵਿੱਤਰ ਆਤਮਾ ਨੂੰ ਇਹ ਵੀ ਹੈਗਾ ਆ ਕਿ ਦਬਾਉਣਾ ਨਹੀਂ, ਸਕਿਸ਼ ਨਹੀਂ ਕਰਨਾ, ਬੁਝਣ ਨਹੀਂ ਦੇਣਾ। ਤੇ ਫਿਰ ਜੇ ਉਹ ਹੋ ਰਿਹਾ ਹੈਗਾ ਤਾਂ ਫਿਰ ਉਸ ਨੂੰ ਆਪਾਂ ਕਿਸ ਤਰ੍ਹਾਂ ਰੋਕ ਸਕਦੇ? ਦੇਖੋ, ਮਨਾ ਤਾਂ ਤੁਸੀਂ ਨਹੀਂ ਕਰ ਸਕਦੇ। ਗੱਲ ਤੇ ਇਹ ਵੇ ਕਿ ਪਹਿਲਾ ਕਰੰਥੀਆਂ 14:39 ਆਇਤ ਵਿੱਚ ਕਿ ਜ਼ਬਾਨਾਂ ਬੋਲਣ ਤੋਂ ਮਨਾ ਨਾ ਕਰੋ, ਰੋਕਿਆ ਨਹੀਂ ਗਿਆ। ਠੀਕ ਹੈ। ਹਾਂਜੀ, ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਬੋਲ ਰਹੇ ਹੋ ਉਹ
ਅਗਲੇ ਤੱਕ ਮੈਸੇਜ ਕਿੰਜ ਪਹੁੰਚਣਾ ਹੈ, ਸਵਾਲ ਇਹ ਹੈ। ਹਾਂਜੀ ਠੀਕ ਹੈ, ਇੰਟਰਸੈਸਰੀ ਹੋ ਰਹੀ ਹੈ, ਠੀਕ ਹੈ, ਗੁੱਡ। ਤੇ ਉਹਦੇ ਤੱਕ ਉਹਨੂੰ ਵੀ ਤੇ ਪਾਕ ਰੂਹ ਜਿਹੜੀ ਗੱਲ ਤੁਹਾਡੇ ਨਾਲ ਕਰੇਗਾ, ਮੇਰੇ ਨਾਲ ਕਰੇਗਾ, ਸਾਰਿਆਂ ਨਾਲ ਇੱਕ ਹੀ ਹੈ ਨਾ। ਸੋ ਕਹਿਣ ਦਾ ਮਤਲਬ ਇਹ ਵੇ ਕਿ ਬਿਲਕੁਲ ਠੀਕ ਹੈ, ਉਹ ਅਨਲਿਮਿਟਿਡ ਗੋਡ ਨੂੰ ਅਸੀਂ ਬੰਦ ਨਹੀਂ ਕਰ ਸਕਦੇ। ਐਕਚੁਅਲੀ ਇਸੇ ਲਈ ਇਹ ਗੱਲਾਂ ਜਿਹੜੀਆਂ ਨੇ ਨਾ, ਇਸ ਲਈ ਕਈਆਂ ਗਈਆਂ ਨੇ ਕਿ ਜਿਹੜੇ ਨੇ ਨਾ 32 ਆਏ 32, ਉਹ ਜਿਹੜੇ ਨਬੀ ਨੇ ਜਾਂ ਜਿਹੜੇ ਬੋਲਦੇ ਨੇ ਚਰਚ ਵਿੱਚ ਬਲੀਵਰਸ, ਉਹਨਾਂ ਦੀਆਂ ਰੂਹਾਂ ਉਹਨਾਂ ਦੇ ਤਾਬੇ ਹੁੰਦੀਆਂ ਨੇ, ਮਤਲਬ ਹੈ ਉਹ ਕੰਟਰੋਲ ਕਰ ਸਕਦੇ ਨੇ, ਠੀਕ ਹੈ। ਹੁਣ ਇਹ ਨਹੀਂ ਕਿ ਕਦੀ ਪਾਕ ਰੂਹ ਕੰਟਰੋਲ ਕਰਕੇ ਸਾਡੇ ਕੋਲ ਕੰਮ ਨਹੀਂ ਕਰਾਏਗਾ। ਅਸੀਂ ਮਿਸਾਲ ਦੇ ਤੌਰ 'ਤੇ ਗੈਰ ਜ਼ੁਬਾਨ ਅਸੀਂ ਬੋਲ ਰਹੇ ਹਾਂ, ਗੈਰ ਜ਼ੁਬਾਨ ਬੋਲ ਰਹੇ ਹਾਂ ਅਤੇ ਪਾਕ ਰੂਹ ਸਾਡੇ ਨਾਲ ਹੈ। ਇਹ ਸਾਡੀ ਜਿੱਥੇ ਰੋਕਾਂਗੇ ਉੱਥੇ ਉਹਨੇ ਨਹੀਂ ਕਹਿਣਾ ਕਿ ਜਾਰੀ ਰੱਖੋ। ਸੋ ਇਸ ਲਈ ਪਾਲੂਸ ਰਸੂਲ ਨੇ ਇੱਕ ਗੱਲ ਹੋਰ ਕਹੀ ਹੈ ਜਿਹੜੀ ਸਾਡੇ ਆਪਣੇ ਕੰਟਰੋਲ ਵਿੱਚ ਵੀ ਹੈ। ਪਹਿਲਾ ਕਰੰਥੀਆਂ 14 ਦੀ, ਠੀਕ ਹੈ, 15 ਤੇ 16 'ਚ ਇਹ ਗੱਲ ਕਹਿ ਰਿਹਾ, ਭਾਈਓ ਫਿਰ ਕੀ ਕਰਨਾ ਚਾਹੀਦਾ। ਉੱਥੇ ਤਾਂ ਪੜ੍ਹ ਦਿਓ। ਹਾਂਜੀ ਹਾਂ, ਤੇ ਕਿਹੜਾ ਤੁਸੀਂ ਪਹਿਲਾ ਕਰੰਥੀਆਂ 14 ਦੀ 15 ਤੇ 16 ਜੀ, 15 ਤੇ 16। ਉਹ ਫਿਰ ਕਹਿੰਦਾ ਇਹੋ ਜਿਹੇ ਮੌਕਿਆਂ ਤੇ ਕੀ ਕਰਨਾ ਚਾਹੀਦਾ। ਹਾਂ, ਜਿਹੜਾ ਤੁਸੀਂ ਕਹਿਣਾ ਵੀ ਉਹ ਤਾਬੇ ਵਾਲੀ ਗੱਲ ਵੀ ਉਹਦੇ ਤਾਬੇ ਹੁੰਦੀ। ਤੇ ਜਦੋਂ ਕੋਈ ਬੋਲ ਰਿਹਾ ਹੈਗਾ ਆਪਣੀ ਗੈਰ ਭਾਸ਼ਾਵਾਂ ਚਰਚ ਦੇ ਵਿੱਚ, ਤੇ ਫਿਰ ਇਹ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹੈ ਕਿ ਹੋ ਸਕਦਾ ਉਹ ਪਵਿੱਤਰ ਆਤਮਾ ਉਹ ਦੀ ਗਾਈਡੈਂਸ ਦੇ ਵਿੱਚ ਹੀ ਬੋਲ ਰਿਹਾ ਹੈ। ਹੁਣ ਆਪਾਂ ਇਹ ਤਾਬੇ ਹੈ ਜਾਂ ਨਹੀਂ ਹੈ, ਆਪਾਂ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ? ਹਾਂਜੀ, ਆਪਾਂ ਨੂੰ ਤੇ ਅੱਛਾ, ਹੁਣ ਇੱਕ ਗੱਲ ਹੈ ਨਾ, ਇਹ ਕੌਣ ਜੱਜ ਕਰੇਗਾ ਇਹ ਪਵਿੱਤਰ ਆਤਮਾ ਦੇ ਤਾਬੇ, ਇਹ ਉਹਦੇ ਤਾਬੇ ਵਿੱਚ ਹੈ ਜਾਂ ਨਹੀਂ ਹੈ? ਪ੍ਰੇਜ਼ ਦ ਲਾਰਡ। ਹਾਂਜੀ, ਹੁਣ ਗੱਲ ਇਹ ਹੈ, ਪਹਿਲਾਂ ਹਾਂ ਪੜ੍ਹ ਦਈਏ ਜੀ। ਹਾਂਜੀ, ਉਹ ਵੀ ਪੜ੍ਹ ਦਿਓ। ਹਾਂਜੀ, ਫਿਰ ਇਹ ਜਿਹੜੀ 15-16 ਚ ਜਵਾਬ ਹੈ, ਹਾਂਜੀ, ਦੇਖੋ ਇਹ ਜਿਹੜੀਆਂ ਪਾਕ ਰੂਹ ਕਬਜ਼ਾ ਨਹੀਂ ਕਰਦਾ ਜੀ, ਮੈਨੂੰ ਨਹੀਂ ਸਮਝ ਲੱਗੀ ਪਾਕ ਰੂਹ ਹੀ ਲੱਗਾ, ਨਹੀਂ, ਪਾਕ ਰੂਹ ਸਾਨੂੰ ਅਸਿਸਟ ਕਰਦਾ ਹੈ, ਮਦਦ ਕਰਦਾ ਹੈ। ਇਹ ਜਿੱਥੇ ਰੋਕਾਂਗੇ ਰੋਕੇਗਾ। ਇਹ ਨਹੀਂ ਜੇ ਬਈ ਮੇਰੇ ਕੋਲ ਤੇ ਬ੍ਰੇਕਾਂ ਹੀ ਨਹੀਂ ਲੱਗਣ ਡੀਆਂ, ਇਹ ਨਹੀਂ ਹੈ। ਤੇ ਹੋ ਸਕਦਾ ਪਾਕ ਰੂਹ ਇਦਾਂ ਕਰਵਾ ਰਿਹਾ ਹੋਵੇ ਉਸ ਟਾਈਮ ਵੀ। ਐਕਚੁਅਲੀ ਇਹ ਗੱਲ ਹੈ ਕਿ ਪਾਕ ਰੂਹ ਜਿਹੜਾ ਹੈ, ਹੁਣ ਇਹ ਥੋੜੀ 2 ਵਰਸਿਸ ਪਹਿਲੇ ਤੇ ਇਹ 3 ਵਰਸਿਸ ਪੜ੍ਹ ਦੋ, ਠੀਕ ਹੈ, ਤੇ ਮਤਲਬ ਸਾਨੂੰ ਟਾਈਮ ਵੀ ਹੋ ਜਾ ਰਿਹਾ ਜੀ ਆਪਣਾ। ਹਾਂਜੀ, ਉਹ ਪੜ੍ਹ ਦਿਓ। ਪਹਿਲਾ ਕਰੰਥੀਆਂ 14 ਦੀ 15-16। ਹਾਂਜੀ, ਤੀਸਰੀ ਕਿਹੜੀ ਤੁਸੀਂ ਕਹਿੰਦੇ? 32 ਸੀ, 32 ਵੀ, ਓਕੇ। ਹਾਂਜੀ, ਤੇ ਉਹਦੇ ਬਾਅਦ 38, ਇਹ ਤਿੰਨੇ ਪੜ੍ਹ ਦਿਓ। 4 ਹੋ ਗਈਆਂ ਤੇ। ਹਾਂਜੀ, ਓਕੇ ਜੀ। ਪਹਿਲਾ ਕਰੰਥੀਆਂ 14 ਦੀ 15-16 ਪੜ੍ਹਦੇ ਪਹਿਲਾਂ ਜੀ, ਫਿਰ 32 ਤੇ 37, 38, 37, 37 ਵਰਸ ਇਹ ਪੜ੍ਹ ਦਿਓ। ਦੇਖੋ ਨਾ, ਇਹ ਇੱਕ ਬਾਤ ਹੋ ਗਈ ਕਿ ਪਾਲੂਸ ਰਸੂਲ ਨੇ ਦੇਖਿਆ ਕਰੰਥਸ ਜਿਹੜੀ ਹੈ ਨਾ ਕਲੀਸਿਆ, ਇਹ ਉਹ ਕਲੀਸਿਆ ਹੈ ਜਿਹੜੀ ਕਿ ਪਾਲੂਸ ਰਸੂਲ ਨੇ 3.5 ਸਾਲ ਕਰੰਥਸ ਦੇ ਵਿੱਚ ਲਾਏ। ਇਹ ਬੜੀ ਰੂਹ ਨਾਲ ਭਰੀ ਕਲੀਸਿਆ ਸੀ, ਲੇਕਿਨ ਕੋਈ ਮੈਨਰਸ ਨਹੀਂ ਸਨ। ਫਿਰ ਖੁਦਾਵੰਦ ਨੇ ਕਿਹਾ ਕਿ ਇਹਨਾਂ ਨੂੰ ਲਿਖ ਕਿ ਇੰਜ ਕਰਿਆ ਕਰੋ। ਹੁਣ ਇਹ ਵਰਸਿਸ ਸਾਨੂੰ ਦੱਸਣਗੀਆਂ, ਅਸੀਂ ਨਹੀਂ ਕਹਿ ਰਹੇ, ਲੇਕਿਨ ਬਾਈਬਲ ਕਹਿ ਰਹੀ ਹੈ ਜੀ। ਠੀਕ ਹੈ ਜੀ। ਆਪਾਂ ਪੜ੍ਹਦੇ ਹਾਂ ਜੀ ਪਹਿਲਾ ਕਰੰਥੀਆਂ 14 ਦੀ 15-16। ਹਾਂਜੀ, ਪਹਿਲਾਂ ਪੜ੍ਹਦੀ ਜੀ। ਉਹਦੇ 'ਚ ਲਿਖਿਆ ਹੈਗਾ, ਫਿਰ ਗੱਲ ਕੀ ਹੈ, ਮੈਂ ਤਾਂ ਆਤਮਾ ਵਿੱਚ ਪ੍ਰਾਰਥਨਾ ਕਰਾਂਗਾ ਤੇ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ। ਅੱਛਾ, ਮੈਂ ਆਤਮਾ ਵਿੱਚ ਆਵਾਂਗਾ ਤੇ ਸਮਝ ਨਾਲ ਵੀ ਗਾਵਾਂਗਾ। ਹਾਂਜੀ, ਤੇ 32 ਦੇ ਵਿੱਚ ਨਹੀਂ, ਅੱਗੇ ਹੋਰ 15-16 ਹੋ ਗਿਆ ਜੀ। ਹਾਂ, 17 ਪੜ੍ਹ ਦਿਓ, 17-18 ਪੜ੍ਹ ਦਿਓ, ਥੋੜਾ ਜਿਹਾ ਕੰਮ ਨੂੰ ਕੰਪਲੀਟ। ਹਾਂ, 16 ਓਕੇ 16 ਰਹਿੰਦਾ ਹੈਗਾ। ਨਹੀਂ ਤਾਂ ਤੂੰ ਆਤਮਾ ਹੀ ਨਾਲ ਉਸਤਤ ਕਰੇ ਤਾਂ ਜਿਹੜਾ ਅਨਪੜ੍ਹ ਦੇ ਥਾਂ ਬੈਠਾ ਹੋਵੇ ਤਾਂ ਜਦੋਂ ਨਹੀਂ ਜਾਣਦਾ ਕਿ ਤੂੰ ਕੀ ਆਖਦਾ ਹੈ, ਉਹ ਤੇਰੇ ਧੰਨਵਾਦ ਵਿੱਚ ਅਮੀਨ ਕਿਵੇਂ ਆਖੇਗਾ। ਹਾਂਜੀ, ਓਕੇ, ਇਹ ਹੋ ਗਈ 16। ਹਾਂ, 17 ਵੀ ਪੜ੍ਹ ਦਿਓ। ਇਹ ਬੇਸ਼ੱਕ ਉਹ ਚੰਗੀ ਤਰ੍ਹਾਂ ਜੀ ਪਲੀਜ਼। ਤੂੰ ਤਾਂ ਧੰਨਵਾਦ ਚੰਗੀ ਤਰ੍ਹਾਂ ਕਰਦਾ ਹੈ, ਪਰ ਦੂਏ ਨੂੰ ਕੁਝ ਸਮਝ ਨਹੀਂ ਆਉਂਦਾ। ਹਾਂਜੀ, ਠੀਕ ਹੈ। ਤੇ 32 ਹੈਗਾ,
32 32 37 38 ਪੜ੍ਹਨਾ ਹੁਣ, ਹਾਂਜੀ। ਜੀ ਉਸ ਦੇ ਵਿੱਚ ਲਿਖਿਆ, 32 ਦੇ ਵਿੱਚ ਲਿਖਿਆ ਹੈਗਾ, ਅਤੇ ਨਬੀਆਂ ਦੇ ਆਤਮਾ ਨਬੀਆਂ ਦੇ ਵੱਸ ਵਿੱਚ ਹਨ। ਹਾਂਜੀ ਜਿੱਥੇ ਮਰਜ਼ੀ ਉਹ ਰੋਕ ਸਕਦੇ ਨੇ। ਹਾਂਜੀ ਹਾਂਜੀ। ਜਿੱਥੇ ਅੱਗੇ ਤੇ ਹਾਂ, ਰੋਕ ਸਕਦੇ ਆ। ਜੇ ਪਵਿੱਤਰ ਆਤਮਾ ਨਹੀਂ ਰੁਕਣਾ ਚਾਹੁੰਦਾ, ਲੱਗੀ ਜਾ ਰਿਹਾ, ਤੇ ਫਿਰ ਨਹੀਂ ਆਪਾਂ ਇਹ ਕਿਸ ਤਰ੍ਹਾਂ ਰਹਿ ਸਕਦੇ ਹਾਂ? ਉਹ ਅੱਛਾ, ਬਸ ਵਿੱਚ ਇੱਥੇ ਨਹੀਂ। ਇੱਥੇ ਇਹ ਹੀ ਇੱਕ ਗੱਲ ਸਮਝਣੇ ਵਾਲੀ ਜਿਹੜੀ ਪਾਲੂਸ ਕਹਿ ਰਿਹਾ ਹੈ ਕਿ ਪਾਕ ਰੂਹ ਸਾਨੂੰ ਉਸ ਹਿਸਾਬ ਨਾਲ ਨਹੀਂ, ਅਸੀਂ ਜਿੱਥੇ ਪਹਿਲੇ ਵਰਸਸ ਪੜ੍ਹ ਦਿਓ, ਸੌਰੀ, ਠੀਕ ਹੈ ਜੀ। ਉਹ ਆਪ ਜਵਾਬ ਦੇਣਗੇ ਜੀ। 37 38 ਵਿੱਚ ਲਿਖਿਆ ਹੈ ਜੀ, ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਸਮਝੇ ਤਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਉਹਨਾਂ ਨੂੰ ਜਾਣ ਲਵੇ ਕਿ ਇਹ ਪ੍ਰਭੂ ਦੇ ਹੁਕਮ ਹਨ। ਅੱਛਾ, ਹੁਣ ਜੋ ਇਹਦੇ 'ਚ ਦੱਸਿਆ ਗਿਆ ਹੈ ਨਾ, ਹਾਂਜੀ ਉਹ ਕਹਿ ਰਿਹਾ ਯਾਰ ਇਹ ਮੈਂ ਨਹੀਂ, ਇਹ ਪ੍ਰਭੂ ਦੇ ਹੁਕਮ ਨੇ। ਹਾਂਜੀ। ਅੱਗੇ, ਪਰ ਜੇ ਕੋਈ ਨਾ ਜਾਣੇ ਤਾਂ ਤੇ ਨਾ ਨਾ ਜਾਣੇ। ਹਾਂਜੀ ਹੁਣ ਗੱਲ ਇਹ ਹੈ ਕਿ ਕਹਿਣ ਦੀ ਗੱਲ ਇਹ ਹੈ ਕਿ ਮੇਨ ਗੱਲ ਜਿਹੜੀ ਹੈ ਉਹ ਜਿਹੜੀ 15-16 ਆਇਤ ਪੜ੍ਹੀ, ਅਸੀਂ ਅਕਲ ਨਾਲ ਵੀ ਚੱਲਣਾ ਹੈ ਤੇ ਰੂਹ ਨਾਲ ਵੀ ਚੱਲਣਾ ਹੈ। ਤੇ ਜੇ ਕੋਈ ਕਹੇ ਜੀ ਮੈਨੂੰ ਤਾਂ ਕੰਟਰੋਲ ਹੀ ਕੋਈ ਨਹੀਂ, ਨਹੀਂ ਹੈ। ਤੁਸੀਂ ਜਿੱਥੇ ਰੁਕੋਗੇ ਉੱਥੇ ਪਾਕ ਰੂਹ ਖੁਦਾਵੰਦ ਉਨੀ ਤੁਹਾਡੀ ਮਦਦ ਕਰੇਗਾ। ਇਹ ਤੁਹਾਡੇ ਇਖਤਿਆਰ ਵਿੱਚ ਹੁੰਦਾ ਹੈ। ਠੀਕ ਹੈ ਨਾ? ਹਾਂਜੀ ਹਾਂ। ਤੇ ਜੀ ਆਪਾਂ ਟਾਈਮ ਹੋ ਗਿਆ ਜੀ ਹੁਣ ਜੀ। ਹਾਂਜੀ। ਤੇ ਸੋ ਨਹੀਂ, ਬਸ ਸਵਾਲ ਕੀ ਸੀ? ਸਵਾਲ ਇਹ ਸੀਗਾ ਜੀ, ਆਪਾਂ ਜਿਹੜਾ ਸ਼ੁਰੂ ਕੀਤੀ ਸੀ ਗੱਲ, ਕਿ ਅਸੀਂ ਉੱਚੀ ਰੂਹ ਦੇ ਵਿੱਚ ਗੈਰ ਭਾਸ਼ਾਵਾਂ ਦੇ ਵਿੱਚ ਜੀ ਗੈਰ ਭਾਸ਼ਾਵਾਂ ਦੇ ਵਿੱਚ ਉੱਚੀ ਬੋਲ ਸਕਦੇ ਹਾਂ? ਇਹ ਵੀ ਦੇਖ ਲਿਆ, ਚਰਚ ਦੇ ਵਿੱਚ ਬੋਲ ਵੀ ਸਕਨੇ ਆ ਜਾਂ ਘਰ? ਹਾਂਜੀ, ਘਰ ਵੀ। ਤੇ ਉਹ ਇਹ ਹੀ ਹੈ ਕਿ ਚੂੰਕਿ ਵੋਕਲ ਗਿਫਟ ਹੈਗਾ, ਬੋਲ ਸਕਨੇ। ਬਾਕੀ ਵਿੱਚ ਜਿਹੜੇ ਵਿੱਚ ਸਵਾਲ ਆਏ ਨੇ ਉਹਨਾਂ ਦੇ, ਤੇ ਅੱਗੇ ਪਾਕ ਰੂਹ ਖੁਦਾਵੰਦ ਵਾਕਈ ਹੀ ਜਿਸ ਤਰ੍ਹਾਂ ਗਾਈਡ ਕਰਦਾ ਹੈ। ਲੇਕਿਨ ਕਲਾਮ ਦੀ ਗੱਲ ਸਾਡੇ ਕੋਲ, ਅਸੀਂ ਤਾਂ ਇਹ ਦੱਸਣਾ ਕਲਾਮ ਵਿੱਚ ਇਹਦੇ ਬਾਰੇ 'ਚ ਲਿਖਿਆ ਜੀ। ਹਾਂਜੀ ਜੀ ਠੀਕ ਹੈ ਜੀ। ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਜੋ ਕੁਝ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਜੋ ਵੀ ਆਪਨੇ ਗੱਲਬਾਤ ਕੀਤੀ, ਪਰਮੇਸ਼ਰ ਪਿਤਾ ਉਸ ਦੇ ਲਈ ਸ਼ੁਕਰ ਕਰਦੇ ਹਾਂ। ਔਰ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਪ੍ਰੋਟੈਕਟ ਕਰਦੇ ਹਾਂ ਪਰਮੇਸ਼ਰ ਪਿਤਾ, ਤਾਂ ਕਿ ਦੁਸ਼ਮਣ ਇਸ ਵਿੱਚ ਕੋਈ ਹੇਰਾਫੇਰੀ ਨਾ ਕਰ ਸਕੇ। ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ। ਆਮੀਨ। ਆਮੀਨ।